प्रोग्राम रणजीत नगारा देख रहे सारे दर्शकों ਨੂੰ मैं सरबजीत सिंह ਘੁਮਾਣ फतेह अर्ज करता हाँ जी। वाहिगुरू जी का खालसा वाहिगुरू जी की फतेह। ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ, ਇਸ ਸੰਘਰਸ਼ ਵਿੱਚ ਪਿਛਲੇ ਦਿਨਾਂ ਵਿੱਚ ਕਾਫੀ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਨੇ। ਸੰਘਰਸ਼ ਵਿੱਚ ਸ਼ਾਮਲ ਹੋਏ बहुत सारे सज्जन प्यारे सदीवी विछोड़ा दे गए, अकाल चलाना कर गए। कई जड़ियाँ जवान जहान कई बजुर्गों दियाँ जदों ये मौतां दियां खबरां साडे कोल आईयां तां सारियां ने दुख मन्निया। ते कल जिहड़ा दिल्ली विच चल रहा संघर्ष उहदे विच उन्हां बेतहाशा बेअंत परिवारां ने शमूलीयत भी कीती है, जिन्हां दे परिवारक मैंबरां ने पिछले समय दे विच खुदकुशियां कर लईआं सी। पंजाब दे विच खेती करजियां दे विच फस के बहुत वड्डी गिणती विच लोग जिहड़े आ खुदकुशियां कर चुके आ। सारे भारत विच तां 5 ਲੱਖ ਤੋਂ ਵੱਧ लोग होणगे, पर पंजाब दे विच हर साल 1000-2000 बंदा जिहड़ा खुदकुशी वो कर ही जाता। सो ये सारे परिवार जिहड़े आ उन्हां नूं कल धरने विच उत्थे आपो आप दे परिवारक मैंबरां दे फोटोग्राफ लैके बैठियां नूं जदों देखिया ते वो फोटोआं कल सोशल मीडिया ते आईयां, अज अखबारां 'च भी छपियां ते उन्हां फोटोआं नूं इस सारे माहौल नूं देख के साडे मन विच हरेक दे ये गल उठनी सुभाविक है कि भाई ये जिहड़ा कहंदे आ कि तुहाडा भला करना जिहड़े कानून बनाए आ, ते सानूं तां लगदा कि जेकर ये कानून जिहड़े आ लागू हो गए तां साडे विचों बहुतिआं दीआं फोटोआं इदां हत्थां 'च फड़ के साडे परिवारक मैंबर साडे वारस जिहड़े आ वो बैठे होणगे। सो जिहड़ा पहिलां ही बड़ी करजई ते दुखी किसानी आ, जिहड़ी पहिलां ही बड़ी औखी स्थिति विचों लंघ रही है किसानी, ਉਹਦੇ ਵਿੱਚ ਇਹ ਨਵੀਂ ਗੱਲ ਆ ਗਈ ਕਿ ਜੀ ਅਸੀਂ ਤੁਹਾਡਾ ਭਲਾ ਕਰਨਾ ਚਾਹੁੰਦੇ ਆ, ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ। ਤੇ ਜਿਹਦੇ ਬਾਰੇ ਸਾਨੂੰ ਇਹ ਸਮਝਾਇਆ ਜਾ ਚੁੱਕਿਆ ਕਿ ਅਸਲ ਵਿੱਚ ਇਹ ਜਿਹੜੀ ਕਹਿੰਦੇ ਆ ਨਾ ਤੁਹਾਡੀ ਆਮਦਨ ਦੁੱਗਣੀ ਕਰਨੀ ਆ, ਇਹ ਕੋਈ ਭਲੇ ਭੁਲੇ ਵਾਲੀ ਗੱਲ ਨਹੀਂ ਹੈਗੀ। ਇਹ ਤਾਂ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ ਉਹ ਖੁੱਸ ਜਾਣਗੀਆਂ। ਤੁਸੀਂ ਖੁਦ ਮਜਬੂਰ ਹੋ ਕੇ ਆਪਦੀਆਂ ਜਾਇਦਾਦਾਂ ਆਪਦੀਆਂ ਜ਼ਮੀਨਾਂ ਵੇਚ ਦਿਓਗੇ, ਤੁਸੀਂ ਖੇਤ ਮਜ਼ਦੂਰ ਬਣ ਜਾਓਗੇ, ਤੁਸੀਂ ਲੋਕਾਂ ਦੇ ਵਿੱਚ ਖੜ ਕੇ ਆਪਦੀ ਜਿਹੜੀ ਜ਼ਮੀਨ ਦਾ ਮਾਣ ਉਹ ਤੁਸੀਂ ਗਵਾ ਬੈਠੋਗੇ। ਸੋ ਜਦੋਂ ਇਹ ਸਾਰੀ ਗੱਲਬਾਤ ਲੋਕਾਂ ਦੇ ਸਮਝ ਪੈ ਚੁੱਕੀ ਆ ਤਾਂ ਲੋਕਾਂ ਦਾ ਸੜਕ ਉੱਤੇ ਆਉਣਾ ਸੁਭਾਵਿਕ ਹੈ। ਤੋ ਇਸ ਸਾਰੇ ਮਾਹੌਲ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਠੋਕ ਵਜਾ ਕੇ ਇਸ ਸੰਘਰਸ਼ ਦਾ ਵਿਰੋਧ ਕਰ ਰਹੀ ਆ, ਇਹਨੂੰ ਗਲਤ ਦਰਸਾ ਰਹੀ ਆ। ਖੁਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਉਹ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਲੋਕਾਂ ਨੂੰ, ਸੰਘਰਸ਼ ਦੇ ਵਿੱਚ ਉਠਾਏ ਗਏ ਮੁੱਦਿਆਂ ਨੂੰ ਜਿਸ ਤਰੀਕੇ ਨਾਲ ਖਿੱਲੀ ਉਡਾਉਂਦਾ, ਝੂਠਾ ਸਿੱਧ ਕਰਦਾ, ਗਲਤ ਬੋਲਦਾ ਹੈ, ਉਹਦੇ ਤੋਂ ਫਿਰ ਬਾਕੀਆਂ ਦਾ ਹਾਲ ਤਾਂ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ। ਤੇ ਜੇਕਰ 56 ਇੰਚ ਦੀ ਛਾਤੀ ਆ, ਜੇ ਏਡੀ ਦਲੇਰੀ ਆ, ਇਹ ਭਾਈ ਦੁਸ਼ਮਣ ਨੂੰ ਦਿਖਾਉਣ ਲਈ ਹੁੰਦੀ ਹੈ। ਪਰ ਲੱਗਦਾ ਇਹ ਹੈ ਕਿ ਨਰਿੰਦਰ ਮੋਦੀ ਨੇ 56 ਇੰਚ ਦੀ ਛਾਤੀ ਆ ਜਿਹੜੀ ਉਹ ਇਹਨਾਂ ਕਿਸਾਨਾਂ ਨੂੰ ਰੋਲਣ ਉੱਤੇ ਹੀ, ਇਹਨਾਂ ਨਾਲ ਦੁਸ਼ਮਣੀ ਕੱਢਣ ਤੇ ਹੀ ਲਾ ਦਿੱਤੀ ਹੈ। ਤੇ ਨਰਿੰਦਰ ਮੋਦੀ ਦੀ ਹੀ ਗੱਲ ਕਿਉਂ, ਆ ਜਿਹੜਾ ਤੋਮਰ ਆ ਖੇਤੀ ਮੰਤਰੀ ਜਾਂ ਜਿੰਨੇ ਹੋਰ ਭਾਜਪਾ ਦੇ ਆਗੂ ਨੇ, ਉਹਨਾਂ ਦੀ ਬੋਲਬਾਣੀ, ਉਹਨਾਂ ਦਾ ਲਹਿਜਾ ਇੰਨਾ ਜ਼ਿਆਦਾ ਮਾੜਾ ਹੈ ਕਿ ਗੱਲ ਸੁਣਨ ਨੂੰ ਤਿਆਰ ਨਹੀਂ, ਤੇ ਹੈਂਕੜ ਹੰਕਾਰ ਇੰਨਾ ਜ਼ਿਆਦਾ ਹੈ ਵੀ ਕਹਿੰਦੇ ਆ ਕਿ ਅਸੀਂ ਤਾਂ ਹੁਣ ਜੋ ਕਰਨਾ ਉਹ ਕਰਕੇ ਹਟਾਂਗੇ। ਤੇ ਗੱਲ ਇੱਥੋਂ ਤੱਕ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਹੈ, ਜਿਹੜੇ ਇਹਦੇ ਆਗੂ ਨੇ, ਇਹਨਾਂ ਦਾ ਤਾਂ ਤੌਰ ਹੀ ਹਿੱਲਿਆ ਪਿਆ।
ਮਦਨ ਮੋਹਨ ਮਿੱਤਲ, ਸ਼ਵੇਤ ਮਾਲਿਕ ਤੇ ਹੋਰ ਸਾਰੇ ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਜਲੀਲ ਕਰ ਰਹੇ ਨੇ, ਉੱਥੇ ਪੰਜਾਬ ਦੇ ਲੋਕ ਭਾਵਨਾ ਦੇ ਉਲਟ ਜਾਣ ਦੇ ਨਾਲ ਨਾਲ ਦਮ ਗੱਜੇ ਮਾਰਦੇ ਆ ਕਿ ਅਸੀਂ ਪੰਜਾਬ 'ਚ ਅਗਲੀ ਸਰਕਾਰ ਬਣਾ ਜਾਣੀ ਹੈ। ਹੁਣ ਇਹ ਸਰਕਾਰ EVM ਨਾਲ ਬਣ ਤਾਂ ਸਕਦੀ ਆ ਘਪਲੇਬਾਜ਼ੀ ਨਾਲ, ਪਰ EVM ਤੋਂ ਪਹਿਲਾਂ ਲੋਕਾਂ ਦੇ ਵਿੱਚ ਚੋਣ ਪ੍ਰਚਾਰ ਲਈ ਵੀ ਜਾਣਾ ਹੈ। ਇਸ ਗੱਲ ਦਾ ਇਹਨਾਂ ਨੂੰ ਕੋਈ ਇਲਮ ਨਹੀਂ, ਕੋਈ ਇਹਨਾਂ ਨੇ ਸਮਝ ਨਹੀਂ ਰੱਖੀ ਹੋਈ। ਉਲਟਾ ਜਿਹੜਾ ਹੈ ਉਹ ਲੋਕਾਂ ਨੂੰ ਵੱਧ ਤੋਂ ਵੱਧ ਚੜਾਉਣ ਤੇ ਜਲੀਲ ਕਰਨ ਤੇ ਲੱਕ ਬੰਨਿਆ ਹੋਇਆ। ਇੱਕ ਹਰਜੀਤ ਗਰੇਵਾਲ ਕਰਕੇ ਕੋਈ ਇਹਨਾਂ ਦਾ ਭਾਜਪਾ ਦਾ ਲੀਡਰ ਹੈ, ਉਹ ਪਤੰਦਰ ਜਦੋਂ ਵੀ ਬੋਲਦਾ ਹੈ ਉਹ ਇਉਂ ਬੋਲਦਾ ਜਿਵੇਂ ਬਸ ਧਰਤੀ ਉੱਤੇ ਸਾਰਿਆਂ ਨਾਲ ਉਹਦਾ ਬੈਰ ਪਿਆ ਹੋਵੇ ਤੇ ਉਹ ਲੜਾਈ ਦੇ ਮੈਦਾਨ ਦੇ ਵਿੱਚ ਖੜਾ ਹੋਵੇ ਤੇ ਆਪਦੇ ਦੁਸ਼ਮਣ ਨਾਲ ਗੱਲ ਕਰ ਰਿਹਾ ਹੋਵੇ। ਕੋਈ ਪੱਤਰਕਾਰ, ਕੋਈ ਜਿਹੜਾ ਮੀਡੀਆ ਕਰਮੀ ਆ, ਜਦੋਂ ਉਹਦੇ ਨਾਲ ਗੱਲ ਕਰ ਰਿਹਾ ਹੁੰਦਾ, ਉਹਦੇ ਬੋਲਾਂ ਨਾਲੋਂ ਵੱਧ ਉਹਦਾ ਲਹਿਜਾ ਇੰਨਾ ਜ਼ਿਆਦਾ ਨੀਚਤਾ ਭਰਪੂਰ ਹੁੰਦਾ ਹੈ ਕਿ ਉਹਦੇ ਬਾਰੇ ਇਹ ਗੱਲ ਮਨ ਵਿੱਚ ਨਾਲ ਦੀ ਨਾਲ ਆਉਂਦੀ ਆ ਕਿ ਜੇ ਇਹੋ ਜਿਹਾ ਆਗੂ ਭਾਜਪਾ ਦਾ ਪੰਜਾਬ ਦੇ ਕਿਸੇ ਸੱਥ ਸਭਾ ਦੇ ਵਿੱਚ ਲੋਕਾਂ ਦੇ ਅੜਿੱਕੇ ਆ ਜੇ ਤਾਂ ਮੱਲੋ ਮੱਲੀ ਜੂਤ ਪਤਾਣ ਜਿਹੜਾ ਹੈਗਾ ਇਹਦਾ ਹੋ ਜੂ। ਸਾਨੂੰ ਤਾਂ ਇਹ ਵੀ ਲੱਗਦਾ ਹੈ ਕਿ ਇਹ ਜਿਹੜੇ ਹਰਜੀਤ ਗਰੇਵਾਲ ਵਰਗੇ ਤੇ ਹੋਰ ਸਾਰੇ ਲੋਕਾਂ ਨੂੰ ਇੰਨਾ ਜ਼ਿਆਦਾ ਭੜਕਾਉਣ ਵਾਲੀ ਗੱਲ ਕਰਨ ਲਈ ਖੁੱਲ੍ਹ ਦਿੱਤੀ ਹੋਈ ਆ, ਨਹੀਂ ਤਾਂ ਉੱਪਰੋਂ ਟੋਕਣ ਇਹਨਾਂ ਨੂੰ ਵੀ ਭਾਈ ਤੁਸੀਂ ਕਿਉਂ ਲੋਕਾਂ ਨੂੰ ਜਲੀਲ ਕਰਦੇ ਹੋ, ਕੋਈ ਹਵੀ ਨਵੀ ਹੋ ਜੂ। ਮੈਨੂੰ ਇਉਂ ਲੱਗਦਾ ਕਿ ਭਾਜਪਾ ਸਰਕਾਰ ਚਾਹੁੰਦੀ ਆ ਕਿ ਜਿਹੜਾ ਅੰਦੋਲਨ ਆ ਇਹਨੂੰ ਕ੍ਰਸ਼ ਕਰਨ ਲਈ ਇਹ ਫਿਰ ਬਹਾਨਾ ਲੈਣਾ ਸੌਖਾ ਹੋ ਜਾਊਗਾ ਕਿ ਜੀ ਹਿੰਸਾ ਕਰਦੇ ਆ, ਹਿੰਸਕ ਹੋ ਗਿਆ ਕੰਮ। ਸੋ ਹਿੰਸਾ ਦੀ ਗੱਲ ਜਿਹੜੀ ਆ ਉਹ ਇਸ ਅੰਦੋਲਨ ਨਾਲ ਜੋੜਨ ਦੇ ਲਈ ਲੋਕਾਂ ਨੂੰ ਭੜਕਾਇਆ ਜਾ ਰਿਹਾ, ਤੇ ਇਸ ਸਾਰੇ ਕਾਸੇ ਦੌਰਾਨ ਜਦੋਂ ਸੁਣਵਾਈ ਕੋਈ ਹੋਣੀ ਨਹੀਂ, ਗੱਲ ਕਿਤੇ ਮੰਨਣੀ ਨਹੀਂ, ਤੇ ਹਰੇਕ ਜਿਹੜਾ ਬੋਲਦਾ ਇੱਕੋ ਗੱਲ ਬਈ ਆਪਦਾ ਟਿੰਡ ਫੋੜੀ ਚੱਕੋ ਜੀ, ਅੜੀ ਛੱਡੋ ਜੀ, ਜਿੱਦ ਛੱਡੋ ਜੀ, ਘਰ ਨੂੰ ਜਾਓ ਜੀ, ਸੰਘਰਸ਼ ਖਤਮ ਕਰੋ, ਅਸੀਂ ਜਿਹੜੀਆਂ ਸੋਧਾਂ ਕਰਨੀਆਂ ਨੇ ਉਹ ਕਰ ਲਾਂਗੇ, ਪਰ ਅਸੀਂ ਤੁਹਾਡੀ ਗੱਲ ਰੱਦ ਕਰੋ ਵਾਲੀ ਬਈ ਕਾਨੂੰਨ ਰੱਦ ਕਰੋ, ਇਹ ਅਸੀਂ ਨਹੀਂ ਮੰਨਣੀ। ਜਦੋਂ ਐਡੀ ਬੇਬਸੀ ਤੇ ਐਡੀ ਲਾਚਾਰੀ ਹੋਵੇ ਉਦੋਂ ਹਰੇਕ ਬੰਦੇ ਦਾ ਮਨ ਜਿਹੜਾ ਹੈ ਉਹ ਇੱਕੋ ਜਿਹਾ ਨਹੀਂ ਹੁੰਦਾ। ਕਈ ਬੰਦੇ ਜਲਦੀ ਜਿਹੜੇ ਨੇ ਦਿਲ ਛੱਡ ਜਾਂਦੇ ਆ। ਚਾਹੀਦਾ ਤਾਂ ਇਹ ਆ ਕਿ ਆਪਦੇ ਇਤਿਹਾਸ ਤੋਂ, ਆਪਦੇ ਸਾਰੇ ਸਿਧਾਂਤ ਤੋਂ ਪ੍ਰੇਰਨਾ ਲਈਏ। ਜਦੋਂ ਅਸੀਂ ਆਪਦੇ ਇਤਿਹਾਸ ਦੇ ਸਿਧਾਂਤ ਤੋਂ ਪ੍ਰੇਰਨਾ ਲੈ ਕੇ ਚੱਲਦੇ ਹਾਂ ਫਿਰ ਖੁਦਕੁਸ਼ੀ ਕਰਨ ਦੀ ਬਜਾਏ ਲੜ ਕੇ ਮਰਨ ਦਾ ਹੌਸਲਾ ਪੈਦਾ ਹੁੰਦਾ ਹੈ। ਪਰ ਜੇਕਰ ਅਸੀਂ ਇਸ ਤਰੀਕੇ ਨਾਲ ਨਹੀਂ ਕਰਦੇ ਤਾਂ ਕਈ ਵਾਰ ਗੱਲ ਜਿਹੜੀ ਆ ਉਹ ਫਿਰ ਸਾਡੇ ਮਨ ਉੱਤੇ ਬੋਝ ਪੈ ਜਾਂਦਾ ਤੇ ਅਸੀਂ ਕੁਝ ਹੋਰ ਤਰੀਕੇ ਦਾ ਕਰ ਲੈਂਦੇ ਹਾਂ। ਹੁਣ ਕੱਲ ਜਦੋਂ ਇਹ ਖਬਰ ਆਈ ਕਿ ਜਿਹੜੀ ਨਾਨਕਸਰ ਵਾਲੀ ਸੰਪਰਦਾ ਆ ਉਹਦਾ ਇੱਕ ਪ੍ਰਚਾਰਕ ਲਾ ਲਓ, ਬਾਬਾ ਲਾ ਲਓ, ਬਾਬਾ ਰਾਮ ਸਿੰਘ ਸਿੰਗੜੇ ਵਾਲਾ ਕਹਿੰਦੇ ਆ ਬਈ ਉਹਨੇ ਧਰਨੇ ਦੇ ਵਿੱਚ ਦਿੱਲੀ 'ਚ ਆਪਦੇ ਆਪ ਨੂੰ ਗੋਲੀ ਮਾਰ ਲਈ ਆ ਤੇ ਆਤਮਦਾਹ ਕਰ ਲਿਆ, ਤੇ ਚਿੱਠੀ ਉਹਨੇ ਲਿਖ ਕੇ ਉੱਥੇ ਰੱਖੀ ਆ ਕਿ ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲਦੇ ਫਿਰਦੇ ਆ, ਬੜਾ ਦਿਲ ਦੁਖਿਆ, ਤੇ ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਆ। ਸਰਕਾਰ ਨਿਆਂ ਨਹੀਂ, ਜ਼ੁਲਮ ਕਰ ਰਹੀ ਆ ਕਿਸਾਨਾਂ ਦੇ ਹੱਕ ਵਿੱਚ, ਤੇ ਜ਼ੁਲਮ ਦੇ ਖਿਲਾਫ ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਸ ਜਤਾਇਆ। ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰ ਦੇ ਜ਼ੁਲਮ ਦੇ ਖਿਲਾਫ ਆਤਮਦਾਹ ਕਰਦਾ ਤੇ ਇਹ ਜ਼ੁਲਮ ਦੇ ਖਿਲਾਫ ਆਵਾਜ਼ ਆ, ਕਿਰਤੀ ਕਿਸਾਨ ਦੇ ਹੱਕ ਵਿੱਚ ਆਵਾਜ਼ ਆ। ਇਹ ਲਿਖ ਕੇ ਚਿੱਠੀ ਜਿਹੜੀ ਆ ਫਿਰ ਰਾਮ ਸਿੰਘ ਸਿੰਗੜੇ ਵਾਲੇ ਬਾਬੇ ਨੇ ਕਹਿੰਦੇ ਆ ਵੀ ਆਪਦੇ ਗੋਲੀ ਮਾਰ ਲਈ। ਹੁਣ ਇਹਦੇ ਉੱਤੇ ਚਰਚਾ ਤਾਂ ਚਲੋ ਹੋਣੀ ਹੋਈ ਆ, ਖੁਦਕੁਸ਼ੀ ਵੀ ਕਹੀ ਜਾਂਦੇ ਆ। ਖੁਦਕੁਸ਼ੀ ਕਰਨ ਵਾਲੇ ਨੂੰ ਆਮ ਸਮਾਜ ਦੇ ਵਿੱਚ ਖਾਸ ਤੌਰ ਤੇ ਇਹੋ ਜਿਹੇ ਮੌਕੇ ਉੱਤੇ ਚੰਗਾ ਵੀ ਨਹੀਂ ਮੰਨਿਆ ਜਾ ਸਕਦਾ ਵੀ ਇਹ ਕੋਈ ਤਰੀਕਾ ਨਹੀਂ, ਕਿਉਂਕਿ ਸਾਡੀ ਪੰਜਾਬ ਦੀ ਧਰਤੀ ਇਸ ਤਰੀਕੇ ਦੀ ਮੌਤ ਨੂੰ ਜ਼ਿਆਦਾ ਚੰਗਾ ਨਹੀਂ ਮੰਨਿਆ ਜਾਂਦਾ ਵੀ ਆਪਦੇ ਆਪ ਨੂੰ ਜੀ ਤੁਸੀਂ ਏਡੇ ਵੱਡੇ ਅੰਦੋਲਨ 'ਚ ਵੀ ਫਿਰ ਤਾਂ ਸਾਰਿਆਂ ਨੂੰ ਉੱਥੇ ਤੁਸੀਂ ਇੱਕ ਤਰੀਕੇ ਨਾਲ ਇਹ ਮੱਤ ਦੇਣੀ ਚਾਹੁੰਦੇ ਹੋ। ਇਹੋ ਜਿਹੇ ਧਾਰਮਿਕ ਪ੍ਰਵਿਰਤੀ ਵਾਲੇ ਬੰਦੇ ਤੋਂ ਤਾਂ ਬਿਲਕੁਲ ਹੀ ਨਹੀਂ ਮਤਲਬ ਲੋਕ ਆਸ ਕਰ ਸਕਦੇ। ਪਰ ਖੈਰ ਇੱਕ ਜਾਨ ਗਈ ਆ, ਤੇ ਜਾਨ ਗਈ ਆ ਉਸ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਜਿਹੜੇ ਡਟੇ ਖੜੇ ਆ ਮੋਦੀ ਵਰਗੇ, ਉਹਨਾਂ ਨੂੰ ਲਾਹਣਤਾਂ ਪਾਉਣ ਵਾਲੀ ਇਹ ਗੱਲ ਹੈ।
ਜੇ ਇਹ ਬੰਦੇ ਦੀ ਜਾਨ ਗਈ ਆ ਤਾਂ ਗਈ ਆ ਜੇ ਮੋਦੀ ਹੁਣਾਂ ਨੇ ਕਾਲੇ ਕਾਨੂੰਨ, ਸੁਣਵਾਈ ਕੋਈ ਨਹੀਂ। ਹੁਣ ਸੁਪਰੀਮ ਕੋਰਟ 'ਚ ਗੱਲ ਗਈ ਆ ਤੇ ਸੁਪਰੀਮ ਕੋਰਟ ਦੇ ਰਵੱਈਏ ਦੇ ਵਿੱਚ ਕੱਲ ਜਿਹੜੀਆਂ ਗੱਲਾਂ ਬੜੀਆਂ ਵਧੀਆ ਲੱਗੀਆਂ ਕਿ ਉਹ ਕਹਿੰਦੇ ਆ ਵੀ ਅਸੀਂ ਵੀ ਕਿਸਾਨ ਆ, ਉਹ ਜੀ ਤੁਸੀਂ ਉਹਨਾਂ ਨੂੰ, ਉਹ ਤਾਂ ਦਿੱਲੀ ਨੂੰ ਚੱਲੇ ਸੀਗੇ ਤੇ ਤੁਸੀਂ ਰਸਤੇ ਵਿੱਚ ਉਹਨਾਂ ਨੂੰ ਰੋਕਿਆ, ਫਿਰ ਜਿੱਥੇ ਰੋਕਿਆ ਉੱਥੇ ਉਹ ਰੁਕ ਗਏ। ਉਹ ਕਿਹੜਾ ਆਪਦੀ ਮਰਜ਼ੀ ਨਾਲ ਉੱਥੇ ਧਰਨਾ ਲਾਈ ਬੈਠੇ ਆ, ਜਿਹੜਾ ਹੁੰਦਾ ਧਰਨਾ ਚੁਕਾਉਣਾ ਜ਼ਰੂਰੀ ਆ ਉੱਥੋਂ। ਸਾਰੀਆਂ ਗੱਲਾਂ ਆਪਦੀ ਥਾਂ ਤੇ ਚੰਗੀਆਂ ਨੇ, ਪਰ ਜੋ ਕੁਝ ਮੋਦੀ ਸਰਕਾਰ ਦੇ ਪ੍ਰਤੀਨਿਧ ਨੇ ਉੱਥੇ ਅਦਾਲਤ ਵਿੱਚ ਕਿਹਾ ਉਹ ਤੋਂ ਸਾਫ਼ ਜ਼ਾਹਿਰ ਆ ਕਿ ਗੱਲ ਉੱਥੋਂ ਵੀ ਕੋਈ ਸਾਡੇ ਪੱਲੇ ਪੈਣ ਦੀ ਸੰਭਾਵਨਾ ਨਹੀਂ। ਕਮੇਟੀ ਬਣਾਉਣ ਦੀਆਂ ਗੱਲਾਂ ਕੀਤੀਆਂ ਨੇ ਸੁਪਰੀਮ ਕੋਰਟ ਨੇ, ਪਰ ਕਮੇਟੀ ਵਿੱਚੋਂ ਸਾਨੂੰ ਕੀ ਲੱਭਣਾ। ਗੱਲ ਤਾਂ ਇਹ ਆ ਕਿ ਜੇਕਰ ਇਹ ਕਾਲੇ ਕਾਨੂੰਨ ਰੱਦ ਵੀ ਹੋ ਜਾਂਦੇ ਆ ਬਾਈ ਦਾ ਬੇ, ਤਾਂ ਵੀ ਜਿਹੜੀ ਨੀਅਤ ਆ, ਜਿਹੜੀ ਭਾਰਤ ਸਰਕਾਰ ਦੀ, ਮੋਦੀ ਗੌਰਮੈਂਟ ਦੀ ਨੀਤ ਆ, ਉਸ ਨੀਤ ਵੱਲ ਜੇ ਧਿਆਨ ਦਈਏ ਤਾਂ ਨੀਤੀ ਜਿਹੜੀ ਆ ਉਹ ਫਿਰ ਬਦਲ ਸਕਦੇ ਆ, ਪਰ ਨੀਤ ਨਹੀਂ ਬਦਲ ਸਕਦੇ। ਉਹਨਾਂ ਨੇ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਨੂੰ ਟਾਰਗੇਟ ਕਰ ਲਿਆ ਵਾ ਤੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਉਹਨਾਂ ਨੇ ਮਾਰਨ ਦਾ, ਘੇਰਨ ਦਾ ਏਜੰਡਾ ਜਿਹੜਾ ਕਾਰਪੋਰੇਟ ਘਰਾਣਿਆਂ ਰਾਹੀਂ ਪੂਰਾ ਕਰਨਾ। ਪੰਜਾਬ ਨੂੰ ਮਾਰਨਾ, ਪੰਜਾਬ ਦੀ ਕਿਸਾਨੀ ਨੂੰ ਕੋਈ ਘੇਰਨਾ ਹੈ ਤਾਂ ਕਾਰਪੋਰੇਟ ਘਰਾਣਿਆਂ ਦੇ ਦਿੱਤੇ ਹੋਏ ਏਜੰਡੇ ਅਨੁਸਾਰ ਮੋਦੀ ਸਰਕਾਰ ਅੱਗੇ ਸਟੈਪ ਚੱਕ ਰਹੀ। ਔਰ ਇਹ ਗੱਲ ਬੜੀ ਖਤਰਨਾਕ ਹੈ ਕਿ ਇਹ ਸਾਡੇ ਭਾਈਚਾਰੇ ਦੇ ਬਹੁਤੇ ਹਿੱਸਿਆਂ ਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਹਿੰਦੂ ਤਵੀ ਹਮਲਾ ਵਾ। ਜਿਹੜਾ ਦਿੱਲੀ ਵਿੱਚ ਧਰਨਾ ਲੱਗਿਆ ਹੋਇਆ, ਉੱਥੇ ਪੂਰਾ ਜ਼ੋਰ ਲਾ ਕੇ ਸਾਡੇ ਬੰਦੇ ਕਹਿੰਦੇ ਆ ਕਿ ਆਪਾਂ ਇੱਥੇ ਧਰਮ ਦੀ ਗੱਲ ਨਾ ਕਰੀਏ, ਇਹਨੂੰ ਨਰੋਲ ਕਿਸਾਨਾਂ ਦਾ ਮੁੱਦਾ ਬਣਾ ਲਈ ਰੱਖੀਏ, ਤਾਂ ਕਰਕੇ ਵੀ ਹਰਿਆਣਾ ਤੇ ਹੋਰਨਾਂ ਸੂਬਿਆਂ ਦੇ ਕਿਸਾਨ ਜਿਹੜੇ ਆ ਉਹ ਨਾਲ ਜੁੜੇ ਰਹਿ ਸਕਣ। ਤੇ ਇਹੋ ਜਿਹੀ ਗੱਲ ਕਰਦੇ ਕਈ ਗੱਲਾਂ ਉੱਥੇ ਗਲਤ ਵੀ ਕਰ ਬੈਠਦੇ ਆ। ਖੈਰ ਉਹਦੇ ਨਾਲ ਸਾਨੂੰ ਕੋਈ ਬਾਹਲੀ ਸਮੱਸਿਆ ਨਹੀਂ ਕਿ ਉਹ ਆਹ ਕਾਹਤੋਂ ਨਹੀਂ ਕਹਿੰਦੇ ਤੇ ਇੰਜ ਕਾਹਤੋਂ ਕਹਿੰਦੇ ਆ। ਗੱਲ ਤਾਂ ਇਕੱਲੀ ਇੰਨੀ ਕੁ ਆ ਕਿ ਚਾਹੇ ਕਿਸਾਨਾਂ ਦਾ ਬਣਾਓ, ਚਾਹੇ ਸਿੱਖਾਂ ਦਾ ਬਣਾ ਲਓ, ਪਰ ਜਿਹੜਾ ਭਾਰਤੀ ਹਕੂਮਤ ਦਾ ਏਜੰਡਾ ਉਹ ਬੜਾ ਸਾਫ਼ ਹੈ ਕਿ ਅਸੀਂ ਕਿਸਾਨੀ ਰੋਲਣੀ ਹੈ ਤੇ ਅਸੀਂ ਕਾਰਪੋਰੇਟ ਘਰਾਣਿਆਂ ਦਾ ਪੱਖ ਜਿਹੜਾ ਉਹ ਪੂਰਾ ਕਰਨਾ ਹੈ। ਹੁਣ ਜਿਹੜਾ ਕੈਨੇਡਾ ਦੇ ਵਿੱਚ ਇੱਕ ਪੋਸਟਰ ਉੱਥੋਂ ਆਇਆ ਜਿਹਦੇ ਵਿੱਚ ਕਾਰ ਰੈਲੀ ਕਰਨੀ ਆ ਤੇ ਉਹਦੇ ਵਿੱਚ ਹਿੰਦੂ ਨੂੰ ਤਰਜੀਹ ਦਿੱਤੀ ਗਈ ਆ, ਜਾਣੀ ਕਿ ਇੱਕ ਤਰੀਕੇ ਨਾਲ ਇਹ ਹਿੰਦੂਆਂ ਨੇ ਉੱਥੇ ਇਹਨਾਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਜਿਹੜੀ ਲਾਮਬੰਦੀ ਕਰਨੀ ਆ ਤੇ ਕਾਰ ਰੈਲੀ ਕਰਨੀ ਆ। ਹੁਣ ਲਾਹਣਤਾਂ ਹੀ ਪੈਣੀਆਂ ਚਾਹੀਦੀਆਂ ਇਹੋ ਜਿਹੀ ਸੋਚ ਵਾਲਿਆਂ ਨੂੰ ਜਿਹੜੇ ਭਾਰਤ ਸਰਕਾਰ ਦੇ ਇਸ ਜ਼ੁਲਮ ਦੀ ਜਿਹੜੀ ਹਮਾਇਤ ਕਰਦੇ ਆ। ਹੁਣ ਇਹ ਸ਼ਰੇਆਮ ਕਾਲੇ ਕਾਨੂੰਨ ਉਵੇਂ ਆ ਜਿਵੇਂ ਰੋਲਟ ਐਕਟ ਤੇ ਹੋਰ ਕਾਲੇ ਕਾਨੂੰਨ ਗੋਰਿਆਂ ਨੇ ਬਣਾਏ ਸੀ। ਉਸ ਮੌਕੇ ਜਿਹੜੇ ਲੋਕ ਸੀਗੇ ਉਹ ਸੜਕਾਂ ਤੇ ਆਏ, ਅੱਜ ਉਹਨਾਂ ਨੂੰ ਆਪਾਂ ਦੇਸ਼ ਭਗਤ ਕਹਿੰਦੇ ਆ। ਪਰ ਅੱਜ ਜਿਹੜੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਲੋਕ ਆਉਂਦੇ ਆ, ਉਹਨਾਂ ਦੇ ਬਾਰੇ ਜਿਹੜਾ ਮੀਡੀਆ ਵਿਕਾਊ ਹੋ ਚੁੱਕਿਆ ਤੇ ਮੋਦੀ ਸਰਕਾਰ ਉਹਦੇ ਰਾਹੀਂ ਜੋ ਨੈਰੇਟਿਵ ਸਿਰਜ ਰਹੀ ਹੈ ਉਹ ਇਹ ਹੈ ਕਿ ਇਹ ਜੀ ਕਾਨੂੰਨ ਬੜੇ ਵਧੀਆ ਨੇ ਤੇ ਇਹਨਾਂ ਦਾ ਵਿਰੋਧ ਕਰਨ ਵਾਲੇ ਬੜੇ ਮਾੜੇ ਹੈ। ਹੁਣ ਜਿਹੜਾ ਸੁਪਰੀਮ ਕੋਰਟ ਦੀ ਗੱਲ ਜੇ ਕਰੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਸਾਫ਼ ਤੌਰ ਦੇ ਉੱਤੇ ਕਿਸਾਨਾਂ ਨੂੰ ਦੋਸ਼ੀ ਤੇ ਅੰਦੋਲਨ ਨੂੰ ਗਲਤ ਦਰਸਾ ਕੇ ਮੋਦੀ ਸਰਕਾਰ ਨੂੰ ਭਲੀ ਮਾਨਸ ਦਰਸਾਇਆ ਜਾ ਰਿਹਾ। ਜਿਹੜੀ ਕਹਿੰਦੇ ਆ ਕਮੇਟੀ ਬਣਾਉਣੀ ਆ, ਕਮੇਟੀ ਤਾਂ ਜਿਹੜੀ ਆ ਪਹਿਲੋਂ ਜਾਂਦੇ ਰਹੇ ਆ, ਜਿੱਥੇ ਯੈਸ ਔਰ ਨੋ ਕਿਹਾ ਗਿਆ ਉਹੀ ਗੱਲ ਉੱਥੇ ਹੋਣੀ ਆ ਕਿ ਸਾਨੂੰ ਤਾਂ ਤੁਸੀਂ ਸਾਫ਼ ਗੱਲ ਦੱਸੋ ਕਿ ਇਹ ਕਾਲੇ ਕਾਨੂੰਨ ਰੱਦ ਕਰਦੇ ਹੋ ਕਿ ਨਹੀਂ ਕਰਦੇ। ਹੁਣ ਇਸ ਗੱਲ ਦੇ ਉੱਤੇ ਆਉਣ ਨੂੰ ਉਹ ਤਿਆਰ ਨਹੀਂ ਤੇ ਅਸਲ ਵਿੱਚ ਤਾਂ ਲੋਕਾਂ ਨੂੰ ਇਹ ਲੱਗਦਾ ਕਿਉਂਕਿ ਪਹਿਲਾਂ ਹੀ ਭਾਰਤੀ ਜਿਹੜੀ ਜੁਡੀਸ਼ਰੀ ਆ, ਹਾਈ ਕੋਰਟ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ ਉਹ ਤਾਂ ਆਪ ਕਲਪਦੇ ਫਿਰਦੇ ਆ। ਪਿੱਛੇ ਜੇ ਇੱਕ ਵਾਰੀ 5-6 ਜੱਜਾਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਵੀ ਕਰਤੀ ਸੀ ਵੀ ਭਾਈ ਇਹਨੂੰ ਬਚਾ ਲਓ, ਨਿਆਂਪਾਲਕਾਂ ਨੂੰ, ਨਿਆਇਕ ਸਿਸਟਮ ਨੂੰ ਬਚਾ ਲਓ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਕੰਮ ਹੈ ਉਹ ਕਾਫੀ ਜ਼ਿਆਦਾ ਔਖਾ ਵਾ ਕਿਸਾਨਾਂ ਦੇ ਲਈ ਤੇ ਉੱਪਰੋਂ ਠੰਡ ਤੇ ਪਾਲਾ ਬਹੁਤ ਵੱਧਦਾ ਜਾ ਰਿਹਾ ਤੇ ਜਿਹੜੀਆਂ ਮੌਤਾਂ ਨੇ ਉਹ ਪਹਿਲਾਂ ਵੀ ਕਈ ਹੋਈਆਂ ਨੇ ਤੇ ਇਸ ਮੌਸਮ ਦੇ ਵਿੱਚ ਭਾਵੇਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ
ਪ੍ਰਬੰਧਕ ਵੀ ਤੇ ਹੋਰ ਸਾਰੇ ਵੀ, ਪਰ ਫਿਰ ਵੀ ਬੜਾ ਔਖਾ ਸਮਾਂ ਜਿਹੜਾ ਹੈਗਾ ਲੋਕਾਂ ਲਈ, ਸੰਘਰਸ਼ ਵਾਲਿਆਂ ਲਈ ਇਹ ਆਉਂਦਾ ਜਾ ਰਿਹਾ। ਅਸੀਂ ਉੱਥੇ ਹਾਜ਼ਰੀਆਂ ਭਰੀਆਂ ਨੇ। ਅਸੀਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਬੜੇ ਸ਼ਾਂਤਮਈ ਤਰੀਕੇ ਨਾਲ ਲੰਮੀ ਰੇਸ ਦੇ ਘੋੜੇ ਬਣ ਕੇ ਆਏ। ਕੋਈ ਕਿਸੇ ਨੂੰ ਉੱਥੇ ਅਸੀਂ ਹਿੰਸਕ ਗੱਲ ਕਰਦੇ ਨੂੰ ਨਹੀਂ ਦੇਖਿਆ, ਕੋਈ ਅਸੀਂ ਕਿਸੇ ਨੂੰ ਕਾਹਲੇ ਨਹੀਂ ਪੈਂਦੇ ਦੇਖਿਆ। ਹਾਂ, ਸਰਕਾਰ ਦੀਆਂ ਨੀਤੀਆਂ ਅਤੇ ਸਰਕਾਰ ਦੇ ਜਿਹੜੇ ਪੱਖ ਤੋਂ ਗੱਲਾਂ ਆ ਰਹੀਆਂ ਨੇ ਉਹਦੇ ਉੱਤੇ ਰੋਸ ਬੜਾ ਲੋਕਾਂ ਨੂੰ ਕਿ ਨਕਲੀ ਕਿਸਾਨ ਖੜੇ ਕਰਕੇ ਅਬਾਨੀ ਤੇ ਅਡਾਨੀ ਦੇ ਕਾਰੋਬਾਰਾਂ ਦੇ ਵਿੱਚ ਜਿਹੜੇ ਲੋਕ ਲੱਗੇ ਆ ਉਹਨਾਂ ਨੂੰ ਕਿਸਾਨ ਬਣਾ ਲਿਆ, ਬੀਜੇਪੀ ਦੇ ਬੰਦਿਆਂ ਨੂੰ, ਭਾਜਪਾ ਦੇ ਬੰਦਿਆਂ ਨੂੰ ਸਰਕਾਰ ਕਿਸਾਨ ਮੰਨ ਲਿਆ। ਉਹਨਾਂ ਦੀਆਂ ਫੋਟੋਆਂ ਜਿਹੀਆਂ ਦੇ ਕੇ ਕਹੀ ਜਾਂਦੇ ਆ ਕਿ ਅਸਲੀ ਕਿਸਾਨ ਜਿਹੜੇ ਨੇ ਉਹ ਆਹ ਨੇ। ਤੇ ਇਹ ਜਿਹੜੇ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਨਾਲ ਹੁਣ ਤੱਕ ਮੇਲ ਮੁਲਾਕਾਤਾਂ ਚੱਲਦੀਆਂ ਰਹੀਆਂ ਨੇ, ਉਹਨਾਂ ਨੂੰ ਹੁਣ ਕਹਿੰਦੇ ਆ ਜੀ ਨਕਲੀ ਕਿਸਾਨ ਨੇ। ਸੋ ਜਿਹੜਾ ਇਹਨਾਂ ਨੇ ਟਕਵੰਜ ਫੜਿਆ ਸਰਕਾਰ ਨੇ, ਉਹਦੇ ਪ੍ਰਤੀ ਇੱਕ ਰੋਹ ਜਿਹੜਾ ਹੈਗਾ ਉਹ ਦਿਨੋਂ ਦਿਨ ਵੱਧ ਰਿਹਾ। ਦੂਜੇ ਪਾਸੇ ਇਹ ਵੀ ਗੱਲ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਮੋਦੀ ਸਰਕਾਰ ਨੇ ਤੇ ਕਾਰਪੋਰੇਟ ਘਰਾਣਿਆਂ ਨੇ ਤੇ ਭਾਰਤੀ ਮੀਡੀਆ ਨੇ ਜਿਹੜਾ ਇਹ ਸਾਰਾ ਮਾਹੌਲ ਸਿਰਜਿਆ ਹੋਇਆ, ਇਹਦੇ ਵਿੱਚ ਲੋਕਾਂ ਨੂੰ ਭੜਕਾ ਕੇ ਕਿਸੇ ਤਰੀਕੇ ਨਾਲ ਇੱਥੇ ਕੁਝ ਮਾੜਾ ਚੰਗਾ ਵਪਰਾਉਣ ਦੇ ਪੂਰੇ ਉਹ ਯਤਨ ਕਰਦੇ ਆ। ਉਹ ਚਾਹੁੰਦੇ ਆ ਕਿ ਸੰਘਰਸ਼ ਦੀ ਹਾਨੀ ਹੋਵੇ, ਸੰਘਰਸ਼ ਵਾਲਿਆਂ ਨੂੰ ਲੋਕ ਦੋਸ਼ੀਆਂ ਵਾਲੇ ਕਟਹਿਰੇ 'ਚ ਰੱਖਣ, ਤੇ ਹਰ ਸੰਭਵ ਤਰੀਕਾ ਜਿਹੜਾ ਹੈਗਾ ਬੜੇ ਸਟਾਈਲ ਨਾਲ ਵਰਤਦੇ ਆ। ਕਿਉਂਕਿ ਅਜੀਤ ਡੋਭਾਲ ਵਰਗੇ ਛਾਤਰ ਬੰਦੇ ਤੇ RSS ਦੇ ਥਿੰਕ ਟੈਂਕ ਤੇ ਬੀਜੇਪੀ ਦੇ ਮੋਦੀ ਸਰਕਾਰ ਦੇ ਜਿਹੜੇ ਚਾਣਕਿਆ ਨੀਤੀ ਦੇ ਮਾਹਿਰ ਲੋਕ ਨੇ, ਉਹ ਰਲ ਮਿਲ ਕੇ ਇਸ ਗੱਲ ਤੇ ਆਏ ਹੋਏ ਨੇ ਕਿ ਕਾਲੇ ਕਾਨੂੰਨ ਤਾਂ ਆਪਾਂ ਰੱਦ ਕਰਨੇ ਨਹੀਂ, ਫਿਰ ਇਸ ਸੰਘਰਸ਼ ਨੂੰ ਕਿਸ ਤਰੀਕੇ ਨਾਲ ਸਾਬੋਟਾਈਜ਼ ਕੀਤਾ ਜਾਵੇ। ਸੋ ਜਿੱਥੇ ਇਸ ਸੰਘਰਸ਼ ਦੇ ਹੱਕ ਵਿੱਚ ਅਸੀਂ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਨੇ ਆ, ਉੱਥੇ ਅੱਖਾਂ ਖੋਲ ਕੇ ਰੱਖਣ ਦਾ ਵੀ ਐਵੇਂ ਲਾਈ ਲੱਗ ਪੁਣੇ 'ਚ ਕਿਸੇ ਦੇ ਮਗਰ ਲੱਗ ਕੇ, ਕਿਉਂਕਿ ਬੀਜੇਪੀ ਦੇ IT ਸੈੱਲ ਦੇ ਬਹੁਤ ਕੋਝੇ ਤੇ ਭੈੜੇ ਮਨਸੂਬੇ ਹੈ। ਪਿਛਲੇ ਦਿਨਾਂ 'ਚ ਇੱਕ ਸਿੱਖ ਨੌਜਵਾਨ ਨੇ ਜਿਹੜਾ ਉਹਨਾਂ ਦੇ 'ਚ ਪਹਿਲੋਂ ਕੰਮ ਕਰਦਾ ਰਿਹਾ, ਉਹਨੇ ਜਦੋਂ ਰਿਜ਼ਾਈਨ ਕੀਤਾ, ਉਹਨੇ ਇਹੀ ਗੱਲ ਕਹੀ ਕਿ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ ਜਿਹੜਾ ਹੈ ਪ੍ਰਚਾਰਿਆ ਜਾ ਰਿਹਾ। ਪਰ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜੇ ਲੋਕਾਂ ਨੂੰ ਇਸ ਗੱਲ ਤੋਂ ਰੋਟੀ ਖਾਣੀ ਚੰਗੀ ਲੱਗਦੀ ਆ ਕਿ ਆਪਾਂ ਬੀਜੇਪੀ ਦੇ IT ਸੈੱਲ 'ਚ ਭਰਤੀ ਹੋ ਜਾਓ ਤੇ ਇਹੋ ਜਿਹਾ ਝੂਠ ਤੂਫਾਨ ਪਾਪ ਕੁਫਰ ਜਿਹੜਾ ਹੈਗਾ ਤੋਲੋ, ਇਹੋ ਜਿਹੀ ਰੋਟੀ ਨਾਲ ਤਾਂ ਬੰਦਾ ਭੁੱਖਾ ਮਰਿਆ ਚੰਗਾ। ਸੋ ਬੀਜੇਪੀ ਦੇ IT ਸੈੱਲ ਰਾਹੀਂ, ਮੀਡੀਆ ਰਾਹੀਂ ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਵੇਂ ਇਹਨੂੰ ਭੰਡਿਆ ਜਾ ਰਿਹਾ, ਅਖੇ ਜੀ ਉਹ ਤਾਂ ਪੀਜੇ ਖਾਂਦੇ ਆ, ਉਹ ਭਾਈ ਮਹਿੰਗੀਆਂ ਕਾਰਾਂ, ਮਹਿੰਗੇ ਟਰੈਕਟਰ, ਹੋਰ ਸੰਦ ਬਲੇਵੇਂ, ਇਹ ਸਾਰੇ ਅਗਲਿਆਂ ਨੇ ਮਿਹਨਤ ਨਾਲ ਬਣਾਏ ਨੇ। ਇਹਦਾ ਮਤਲਬ ਤੁਹਾਨੂੰ ਇਹ ਕਿਸਾਨ ਭੁੱਖੇ ਨੰਗੇ ਤੇ ਮਲੰਗ ਚੰਗੇ ਲੱਗਦੇ ਆ। ਪਰ ਪੰਜਾਬ ਦੇ ਕਿਸਾਨ ਨੇ, ਭਾਵੇਂ ਭਾਰਤੀ ਹਕੂਮਤ ਦੀਆਂ ਨੀਤੀਆਂ, ਹਰੀ ਕ੍ਰਾਂਤੀ ਦੀਆਂ ਨੀਤੀਆਂ ਬੜੀਆਂ ਭਿਆਨਕ ਨੇ, ਬੜੀਆਂ ਔਖਾ ਕਰਦੀਆਂ ਨੇ, ਖੁਦਕੁਸ਼ੀਆਂ ਵੀ ਇਸੇ ਮਾਹੌਲ 'ਚੋਂ ਹੁੰਦੀਆਂ ਨੇ, ਪਰ ਇਹਦੇ ਬਾਵਜੂਦ ਪੰਜਾਬ ਦੇ ਕਿਸਾਨ ਨੇ ਦ੍ਰਿੜਤਾ ਨਾਲ, ਸਿਰੜ ਨਾਲ ਮਿਹਨਤ ਕੀਤੀ ਤੇ 4 ਪੈਸੇ ਕਮਾਏ। ਤੇ ਜੇਕਰ ਅੱਜ ਪੰਜਾਬ ਦੀ ਕਿਸਾਨੀ ਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕਾਲੇ ਕਾਨੂੰਨਾਂ ਦੇ ਰਿਜ਼ਲਟ ਵਜੋਂ ਸਾਡੀ ਜ਼ਮੀਨਾਂ ਖੁੱਸ ਜਾਣਗੀਆਂ, ਤਾਂ ਉਹਨਾਂ ਨੂੰ ਪੂਰਾ ਹੱਕ ਵਾ। ਇਹ ਕਹਿੰਦੇ ਜੀ ਉਹ ਪੰਜਾਬ ਤੇ ਹਰਿਆਣੇ ਦੇ ਹੀ ਆ। ਉਹ ਭਾਈ ਸਾਰੇ ਭਾਰਤ ਵਿੱਚੋਂ ਜੇਕਰ ਇੱਕ ਵੀ ਮਨੁੱਖ ਦੁਖੀ ਹੋਵੇ ਤਾਂ ਵੀ ਉਹਦੀ ਗੱਲ ਸੁਣਨ ਦੀ ਲੋੜ ਹੈ। ਇਹ ਕੋਈ ਤਰੀਕਾ ਨਹੀਂ ਹੁੰਦਾ ਹੈਗਾ ਕਿ ਘੱਟ ਬੰਦੇ ਆ ਜਿਹੜੀ ਗੱਲ ਦੇ ਨਾਲ, ਜਾਂ ਚਲੋ ਮੰਨ ਲਓ ਇਕੱਲੇ ਪੰਜਾਬ ਦੀ ਮੰਗ ਵੀ ਹੋਵੇ ਤਾਂ ਵੀ, ਕਿਉਂਕਿ ਅੱਡ-ਅੱਡ ਸਟੇਟਾਂ ਦੇ ਅੱਡ-ਅੱਡ ਮਸਲੇ ਹੁੰਦੇ ਆ, ਤੇ ਜੇ ਪੰਜਾਬ ਦੀ ਮੰਗ ਆ ਤਾਂ ਫਿਰ ਜੇਕਰ ਇੰਨਾ ਹੀ ਤੁਹਾਨੂੰ ਲੱਗਦਾ ਕਿ ਪੰਜਾਬ ਬੜਾ ਪੰਗੇਬਾਜ਼ ਆ, ਪੰਜਾਬ 'ਚੋਂ ਕਦੇ ਕਹਿ ਦਿੰਦੇ ਹੋ ਪਰਾਲੀ ਦਾ ਧੂੰਆਂ ਆ ਗਿਆ, ਕਦੇ ਕੁਛ ਕਹਿੰਦੇ ਹੋ, ਕਦੇ ਕੁਛ ਕਹਿੰਦੇ ਹੋ, ਫਿਰ ਪੰਜਾਬ ਨੂੰ ਵੱਖ ਕਰ ਦਿਓ। ਜਿਹੜੇ ਲੋਕ ਖਾਲਿਸਤਾਨ ਮੰਗਦੇ ਆ ਨਾਲੇ ਉਹ ਖੁਸ਼ ਹੋ ਜਾਣਗੇ। ਫਿਰ ਉਹਨਾਂ ਨੂੰ ਮਿਹਣੇ ਜਾਂ ਨਾ ਮਾਰੋ ਤੁਸੀਂ ਬਈ ਜੀ ਇਹ ਪੰਜਾਬ ਛੋਟਾ ਜਿਹਾ ਹੋਊਗਾ, ਖਾਲਿਸਤਾਨ ਆਇਆ ਹੋਊਗਾ। ਉਹ ਛੋਟਾ ਹੋਵੇ ਵੱਡਾ ਹੋਵੇ, ਆਪਦਾ ਆਰਾਮ ਦੇ ਨਾਲ ਟਾਈਮ ਕੱਢੀ ਜਾਣਗੇ, ਜਦੋਂ ਤੁਹਾਡੇ ਕੋਲ ਤਾਂ ਉਹਨਾਂ ਦਾ ਕੋਈ ਹੱਲ ਹੈ ਨਹੀਂ। ਪਰ ਹਕੀਕਤ ਇਹ ਆ ਕਿ ਨਾਲੇ ਤਾਂ ਪੰਜਾਬ ਨੂੰ ਮਾਰਨਾ ਹੈ, ਨਾਲੇ ਪੰਜਾਬ ਦੀ ਕਿਸਾਨੀ ਦਾ ਧਰਮ ਖੋਹਣਾ, ਸਿੱਖ ਨਹੀਂ ਰਹਿਣ ਦੇਣੇ, ਕੇਸਾਧਾਰੀ ਹਿੰਦੂ ਬਣਾਉਣੇ ਆ, ਤੇ ਨਾਲੇ ਇਹਨਾਂ ਨੂੰ ਜਲੀਲ ਕਰਨਾ।
ਸੋ ਇਹ ਜਿਹੜਾ ਮਾਹੌਲ ਆ, ਇਹ ਜਿਹੜੇ ਹਾਲਾਤ ਨੇ, ਇਹ ਕੋਈ ਸਾਜ਼ਗਾਰ ਨਹੀਂ ਹੈਗੇ। ਜਿਹੜੇ ਸ਼ਖਸ ਠੀਕ ਆ ਕਿ ਲੋਕਾਂ ਨੂੰ ਹੌਸਲਾ ਦੇਣਾ ਹੁੰਦਾ, ਕਹਿਣਾ ਪੈਂਦਾ ਕਿ ਚੱਕ ਦਿਆਂਗੇ, ਜਿੱਤੇ ਪਏ ਆ, ਪਰ ਇਹ ਗੱਲ ਹਮੇਸ਼ਾ ਜ਼ਿਹਨ ਵਿੱਚ ਰੱਖਣ ਦੀ ਲੋੜ ਹੈ ਕਿ ਇਸ ਵਾਰ ਜਿਹੜੇ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਨਾ ਪੰਜਾਬ ਦੇ ਲੋਕੋ, ਇਹ ਅਬਦਾਲੀ ਵਰਗਾ ਨਹੀਂ ਹੈਗਾ, ਇਹ ਨਾਦਰ ਸ਼ਾਹ ਵਰਗਾ ਨਹੀਂ ਹੈਗਾ, ਇਹ ਉਹਨਾਂ ਗੋਰਿਆਂ ਵਰਗਾ ਵੀ ਨਹੀਂ ਹੈਗਾ ਜਿਨ੍ਹਾਂ ਨਾਲ 1947 ਤੱਕ ਆਪਾਂ ਲੜਦੇ ਰਹੇ। ਇਹ ਬਹੁਤ ਹੀ ਮਕਾਰ, ਘਟੀਆ ਤੇ ਨੀਚ ਕਿਸਮ ਦੀ ਬਿਰਤੀ ਵਾਲੇ ਲੋਕ ਨੇ, ਜਿਹੜੇ ਸੱਚ ਨੂੰ ਤਾਂ ਜਾਣਦੇ ਹੀ ਨਹੀਂ ਨਾ ਵੀ ਸੱਚ ਕੀ ਹੁੰਦਾ। ਇਹਨਾਂ ਨੂੰ ਤਾਂ ਛਲ ਕਪਟ ਕਰਨ ਵਾਲੇ ਬੰਦੇ, ਝੂਠ ਤੂਫਾਨ ਬੋਲਣ ਵਾਲੇ ਬੰਦੇ, ਤੇ ਮੋਦੀ ਖੁਦ ਉਹ ਪਰਸਨੈਲਿਟੀ ਆ ਜਿਹਦੀ ਕਮਾਂਡ ਹੇਠ ਗੁਜਰਾਤ ਦੇ ਵਿੱਚ ਮਣਾ ਮੂੰਹ ਖੂਨ ਖਰਾਬਾ ਹੋਇਆ। ਇਸ ਸ਼ਖਸ ਦੇ ਹੱਥ ਬੇਦੋਸ਼ੇ ਮੁਸਲਮਾਨਾਂ ਦੇ ਹੱਥ ਵਿੱਚ ਰੰਗੇ ਹੋਏ ਨੇ। ਇਹ ਬੰਦਾ ਇਸ ਵੇਲੇ ਮੁਲਕ ਦਾ ਪ੍ਰਧਾਨ ਮੰਤਰੀ ਹੈ, ਤੇ ਐਵੇਂ ਇਹਨੂੰ ਬੀਬਾ ਬਲਕ ਜਾਂ ਸਮਝ ਕੇ ਵੀ ਇਹ ਤੋਂ ਕੋਈ ਭਲੇ ਦੀ ਆਸ ਕਰਨੀ, ਇਹ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ। ਤੇ ਜਿਸ ਆਈਡੀਓਲੋਜੀ ਨੂੰ, ਜਿਸ ਗੱਲਬਾਤ ਨੂੰ ਇਹ ਲੋਕ ਆਪਦਾ ਸਭ ਕੁਝ ਮੰਨਦੇ ਆ, ਜਿਨ੍ਹਾਂ ਧਰਮ ਗ੍ਰੰਥਾਂ ਨੂੰ ਇਹ ਸਭ ਕੁਝ ਮੰਨਦੇ ਆ, ਉਹਨਾਂ ਵਿੱਚੋਂ ਤਾਂ ਮੱਤ ਹੀ ਇਹ ਦਿੱਤੀ ਜਾਂਦੀ ਆ ਕਿ ਲੁੱਟੋ ਖਸੁੱਟੋ, ਸ਼ੋਸ਼ਣ ਕਰੋ, ਵਿਤਕਰੇ ਕਰੋ, ਡਿਸਕ੍ਰਿਮੀਨੇਸ਼ਨ ਕਰੋ। ਸੋ ਇਸ ਮਾਹੌਲ ਵਿੱਚ ਜਿਹੜੇ ਸਾਡੇ ਪੰਜਾਬ ਦੇ ਸਿਆਸੀ ਭਲਵਾਨ ਨੇ, ਅੱਜ ਉਹਨਾਂ ਦੀ ਵੀ ਗੱਲ ਕਰਨੀ ਬਣਦੀ ਆ ਕਿ ਉਹਨਾਂ ਦੇ ਕਰਕੇ, ਉਹਨਾਂ ਦੇ ਜਿਹੜਾ ਪਿਛਲੇ ਸਮੇਂ ਦਾ ਉਹਨਾਂ ਦਾ ਕਿਰਦਾਰ ਰਿਹਾ, ਅੱਜ ਉਹਨਾਂ ਦੀ ਜ਼ਰੂਰਤ ਨਹੀਂ ਪੈ ਰਹੀ ਹੈਗੀ ਕਿ ਕਿਸਾਨ ਯੂਨੀਅਨਾਂ ਦੇ ਨਾਲ ਕੋਈ ਗੱਲ ਕਰ ਸਕਣ। ਜੇ ਉਹ ਹਮਾਇਤ ਵਿੱਚ ਬਿਆਨ ਵੀ ਦਿੰਦੇ ਆ ਤਾਂ ਲੋਕ ਬਾਲੀ ਪਰਵਾਹ ਨਹੀਂ ਕਰਦੇ ਹੈਗੇ ਕਿ ਤੁਸੀਂ ਹੱਕ 'ਚੋਂ ਜਾਂ ਖਿਲਾਫ। ਦਿੱਲੀ ਜਦੋਂ ਗਏ ਆ, ਅਸੀਂ 2 ਦਿਨ ਰਹੇ ਆ, ਮੈਂ ਉੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਦੇਖੇ ਆ ਜਿਹੜੇ ਅੱਡ-ਅੱਡ ਸਿਆਸੀ ਦਲਾਂ ਦੇ ਨਾਲ ਨੇ। ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਚਾਹੇ ਅਕਾਲੀ ਆ, ਚਾਹੇ ਕਾਂਗਰਸੀ ਆ, ਸਾਰੇ ਖੇਤੀ ਨਾਲ ਸੰਬੰਧਿਤ ਲੋਕ ਨੇ। ਪਿੰਡ 'ਚ ਜਿਹੜਾ ਸਰਪੰਚ ਕਾਂਗਰਸ ਵੱਲੋਂ ਲੜਦਾ ਹੈ ਉਹ ਵੀ ਕਿਸਾਨ ਹੈ, ਤੇ ਜਿਹੜਾ ਅਕਾਲੀ ਦਲ ਵੱਲੋਂ ਲੜਦਾ ਉਹ ਵੀ ਕਿਸਾਨ। ਤੇ ਅੱਜ ਜਦੋਂ ਕਿਸਾਨੀ ਉੱਤੇ, ਜ਼ਮੀਨ ਜਾਇਦਾਦ ਉੱਤੇ ਗੱਲ ਆਈ ਤਾਂ ਸਾਰੇ ਕਾਂਗਰਸੀ ਸਰਪੰਚ ਵੀ ਤੇ ਅਕਾਲੀ ਸਰਪੰਚ ਵੀ, ਅਕਾਲੀ ਵਰਕਰ ਵੀ ਤੇ ਕਾਂਗਰਸੀ ਵਰਕਰ ਵੀ, ਤੇ ਹੋਰ ਸਿਆਸੀ ਦਲਾਂ ਨਾਲ ਸੰਬੰਧਿਤ ਵਰਕਰ ਵੀ ਸਾਰੇ ਦਿੱਲੀ ਪਹੁੰਚੇ ਹੋਏ ਨੇ। ਕਈ ਤਾਂ ਵੱਡੇ ਥੰਮ ਜਿਹੜੇ ਕਹਾਉਂਦੇ ਨੇ ਉਹ ਵੀ ਉੱਥੇ ਬੈਠੇ ਸੇਵਾ ਕਰ ਰਹੇ ਆ, ਕੋਈ ਲੰਗਰ 'ਚ, ਹੋਰ ਚੌਂਕੜੀਆਂ ਮਾਰ ਕੇ ਦਰਬਾਰ 'ਚ ਉੱਥੇ ਬਹਿਣਾ ਪੈਂਦਾ ਦੀਵਾਨ ਦੇ ਵਿੱਚ। ਕੋਈ ਲੀਡਰੀ ਕਰਨ ਲਈ ਉਹਨਾਂ ਨੂੰ ਸਟੇਜ ਤੇ ਨਹੀਂ ਸੱਦਦਾ, ਕਿਉਂਕਿ ਪਤਾ ਹੈਗਾ ਵੀ ਸਿਆਸੀ ਬੰਦੇ ਨੇ ਕੋਈ ਘਤੈਤੀ ਕਰਨੀ ਹੈ। ਸੋ ਇਸ ਅੰਦੋਲਨ ਦੌਰਾਨ ਬੜੀ ਵੱਡੀ ਗਿਣਤੀ ਵਿੱਚ ਸਿਆਸੀ ਲੋਕ ਉੱਥੇ ਪਹੁੰਚਦੇ ਜ਼ਰੂਰ ਆ, ਪਰ ਉਹਨਾਂ ਲੋਕਾਂ ਦੀ ਕੋਈ ਬਾਹਲੀ ਉੱਥੇ ਸੱਦ ਪੁੱਛ ਨਹੀਂ ਹੁੰਦੀ। ਚੰਗੀ ਗੱਲ ਆ, ਨਹੀਂ ਹੁੰਦੀ, ਕਿਉਂਕਿ ਇਹਨਾਂ ਲੋਕਾਂ ਦੇ ਪਵਾੜੇ ਪਾਏ ਹੋਏ ਨੇ। ਪਰ ਜੇ ਕਿਤੇ ਐਲਾਨੀਆ ਤੌਰ ਦੇ ਉੱਤੇ ਮੋਰਚੇ ਦੇ ਪ੍ਰਬੰਧਕ ਐਲਾਨ ਕਰਨ ਕਿ ਚਾਹੇ ਭਾਈ ਤੁਸੀਂ ਕਿਸੇ ਵੀ ਸਿਆਸੀ ਖਿਆਲ ਦੇ ਹੋ, ਦਿੱਲੀ ਆਓ, ਤਾਂ ਮੈਨੂੰ ਲੱਗਦਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਬੇਟਾ ਤੇ ਇੱਧਰ ਕੈਪਟਨ ਅਮਰਿੰਦਰ ਸਿੰਘ ਇਹੀ ਇੱਥੇ ਰਹਿ ਜਾਣਗੇ। ਬਾਕੀ ਸਾਰੇ ਸਿਆਸੀ ਦਲਾਂ ਦੇ, ਅਕਾਲੀ ਦਲ ਦੇ ਤਾਂ ਸਾਰੇ, ਕਿਉਂਕਿ ਅਕਾਲੀ ਦਲ ਨਾਲ ਬਲਾਕ ਲੈਵਲ ਦੇ ਜਾਂ ਜਿਹੜੇ MLA MP ਬਣਦੇ ਆ, ਇਹ ਵੀ ਸਾਰੇ ਕਿਸਾਨੀ ਨਾਲ ਸੰਬੰਧਿਤ ਨੇ। ਪਰ ਅਜੇ ਇਹਨਾਂ ਨੂੰ ਡਰ ਪਿਆ ਹੋਇਆ ਵੀ ਉੱਥੇ ਜੇ ਗਏ ਕਿਤੇ ਕੋਈ ਬੇਇੱਜ਼ਤੀ ਨਾ ਕਰ ਦੇਵੇ, ਕੋਈ ਮਾੜਾ, ਕਿਉਂਕਿ ਪਿਛਲੇ ਦਿਨਾਂ 'ਚ ਇਹ ਕੰਮ ਹੋਇਆ ਵੀ ਆ। 1-2 ਲੀਡਰਾਂ ਨੇ ਉੱਥੇ ਜਾਣਾ ਚਾਹਿਆ ਤੇ ਉਹਨਾਂ ਦੀ ਉੱਥੇ ਬੇਇੱਜ਼ਤੀ ਕੀਤੀ ਗਈ ਹੈ। ਲੋਕ ਦੁਖੀ ਨੇ ਇਹਨਾਂ ਦੀਆਂ ਕਰਤੂਤਾਂ ਪਿਛਲੇ ਸਮੇਂ ਦੀਆਂ ਤੋਂ। ਪਰ ਮੈਂ ਇਹ ਕਹਿਣਾ ਕਿ ਇੱਕ ਨਾ ਇੱਕ ਦਿਨ ਸਾਨੂੰ ਸਾਰਿਆਂ ਨੂੰ ਇਹ ਗੱਲ ਮੰਨਣੀ ਪਊਗੀ ਕਿ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਡਟੇ ਹੋਏ ਸਾਰੇ ਲੋਕ ਇੱਕ ਦੂਜੇ ਨੂੰ ਬਰਦਾਸ਼ਤ ਕਰਦੇ ਆ, ਭਾਵੇਂ ਇੱਕ ਦੂਜੇ ਦੇ ਨਾਲ ਉਹਨਾਂ ਦੀ ਅਸਹਿਮਤੀ ਵੀ ਹੋਵੇ, ਪਰ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਜਿਹੜੇ ਹੈਗੇ ਨੇ ਉਹ ਉੱਥੇ ਕਾਲੇ ਕਾਨੂੰਨਾਂ ਦੀ ਹਮਾਇਤ ਕਰਦੇ। ਸੋ ਇਸੇ ਤਰੀਕੇ ਦੀ ਗੱਲ ਸਾਨੂੰ ਵੀ ਚਾਹੇ ਕਿਸੇ ਦੇ ਢਿੱਡ 'ਚ ਕੁਛ ਮਰਜ਼ੀ ਆ ਜਾਂ ਸਾਡੀ ਉਹਦੇ ਨਾਲ ਬਣਦੀ ਨਹੀਂ, ਪਰ ਸਾਨੂੰ ਇਹ ਗੱਲ ਕਹਿਣੀ ਪਊਗੀ ਕਿ ਹਰ ਉਹ ਸ਼ਖਸ ਜਿਹੜਾ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆ, ਉਹ ਇਸ ਮੋਰਚੇ ਦਾ ਹਿੱਸਾ ਬਣ ਸਕਦਾ। ਹਾਂ, ਸਟੇਜ ਉੱਤੇ ਨਹੀਂ ਇਹਨਾਂ ਨੂੰ ਮਾਣ ਤਾਣ ਦਿੱਤਾ ਜਾ ਸਕਦਾ, ਬਾਹਲਾ ਚੌਧਰੀ ਨਹੀਂ ਬਣਾਇਆ ਜਾ ਸਕਦਾ। ਪਿੱਛੇ ਬੈਠੋ, ਲੋਕਾਂ ਦੇ ਵਿੱਚ ਵਿਚਰੋ, ਪੰਡਾਲ 'ਚ ਬਹਿ ਲਓ, ਪਰ ਚੌਂਕੜੀਆਂ ਮਾਰ ਕੇ ਥੱਲੇ ਬੈਠਣ ਦੀ ਖੁੱਲ੍ਹ ਤਾਂ ਮਿਲ ਸਕਦੀ ਆ। ਸਟੇਜ ਤੇ ਜਿਹੜੀ ਕਮਾਂਡ ਆ ਉਹ ਇਹਨਾਂ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਦੇ ਹੱਥ ਰਹਿਣੀ ਚਾਹੀਦੀ ਹੈ। ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਜ਼ਿੰਮੇਵਾਰ ਹੋਵੇ ਕਿ ਇਹ ਮਸਲਾ ਕਿੱਧਰ ਨੂੰ ਜਾਂਦਾ। ਬਾਕੀ ਸਾਰੇ ਲੋਕਾਂ ਨੂੰ ਗਹਿ ਗੱਡਮੀ ਸਪੋਰਟ ਜਿਹੜੀ ਆ, ਚਟਾਨ ਵਾਂਗੂ ਇਹਨਾਂ ਦੇ ਮਗਰ ਖੜਨਾ ਚਾਹੀਦਾ।
ਤੇ ਇਹ ਵੀ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਬੰਦੇ ਨੇ ਤੇ ਬੰਦਿਆਂ 'ਚ ਘਾਟਾਂ ਹੁੰਦੀਆਂ ਨੇ। ਮੋਰਚਾ ਬੇਦਾਗ ਆ, ਬੰਦਿਆਂ 'ਚ ਔਗਣ ਹੁੰਦੇ ਆ, ਬੰਦਿਆਂ 'ਚ ਕਮਜ਼ੋਰੀਆਂ ਹੁੰਦੀਆਂ, ਬੰਦਿਆਂ ਨਾਲ ਅਸਹਿਮਤ ਹੋਇਆ ਜਾ ਸਕਦਾ, ਬੰਦਿਆਂ ਨਾਲ ਦੂਰੀ ਬਣਾ ਕੇ ਵੀ ਜਿਹਦੇ ਨਾਲ ਨਹੀਂ ਸੁਰ ਰਲਦੀ ਥੋੜਾ ਜਿਹਾ ਚੁੱਪ ਕਰ ਜਾਓ। ਪਰ ਇਹ ਸਾਡੇ ਕਿਸੇ ਕਾਰਨ ਕਰਕੇ, ਸਾਡੀ ਕਿਸੇ ਗੱਲ ਕਰਕੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਨੂੰ ਫਰਕ ਪਵੇ, ਨਾ ਵਾਚਕ ਫਰਕ ਪਵੇ, ਉਹ ਗੱਲ ਨਹੀਂ ਹੋਣੀ ਚਾਹੀਦੀ। ਸੋ ਸਾਰੇ ਭਾਈਚਾਰੇ ਨੂੰ ਜਿੱਥੇ ਇਸ ਅੰਦੋਲਨ ਦਾ ਹਮਾਇਤ ਕਰਨ ਦਾ ਹੋਕਾ ਦਿੰਦੇ ਆ, ਉੱਥੇ ਨਾਲ ਇਹ ਵੀ ਬੇਨਤੀ ਕਰਦੇ ਆ ਕਿ ਠੀਕ ਆ, ਬਾਬਾ ਰਾਮ ਸਿੰਘ ਸੀਗੜੇ ਵਾਲੇ ਨੂੰ ਜੋ ਠੀਕ ਲੱਗਿਆ ਉਹਨੇ ਕਰ ਲਿਆ, ਪਰ ਇਹ ਸਾਡੀ ਰਵਾਇਤ ਨਹੀਂ ਹੈ, ਇਹ ਸਾਡਾ ਰਾਹ ਨਹੀਂ ਹੈ। ਆਪਾਂ ਇਹ ਕਹਿ ਸਕਦੇ ਆ ਕਿ ਉਹ ਬੇਵਸ ਹੋ ਗਿਆ, ਲਾਚਾਰ ਹੋ ਗਿਆ, ਉਹਨੂੰ ਕੋਈ ਹੋਰ ਰਾਹ ਨਹੀਂ ਸੁੱਝਿਆ, ਉਹਨੇ ਜੋ ਠੀਕ ਲੱਗਿਆ ਕਰ ਲਿਆ। ਪਰ ਆਪਾਂ ਇਹ ਗੱਲ ਮੰਨੋ ਕਿ ਸਰਕਾਰ ਨੂੰ ਇਹੋ ਜਿਹੇ ਜਿਹੜੇ ਵਾਰਦਾਤਾਂ ਨੇ, ਇਹੋ ਜਿਹੀਆਂ ਘਟਨਾਵਾਂ ਨੇ, ਇਹ ਤਾਂ ਮੋਦੀ ਉਹ ਆ ਜਿਹਨੇ ਹਜ਼ਾਰਾਂ ਹੱਥੀਂ ਵਢਵਾਤੇ, ਇਹਨੂੰ ਇਸ ਤਰ੍ਹਾਂ ਮਰਨ ਮਰਾਉਣ ਨਾਲ ਕੀ ਫਰਕ ਪੈਂਦਾ। ਪਰ ਮੈਂ ਫੇਰ ਇਹ ਬੇਨਤੀ ਕਰਾਂ ਬਈ ਸਾਨੂੰ ਆਪਦੀ ਸਾਰੀ ਸਪੋਰਟ ਜਿਹੜੀ ਆ ਉਹ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਦੇ ਵੱਲ ਪਾਉਣੀ ਚਾਹੀਦੀ ਆ, ਕਿਉਂਕਿ ਅਸਲੀ ਜਿਹੜੀ ਗੱਲ ਆ ਉਹ ਉਹਨਾਂ ਨੇ ਨਿਬੇੜਨੀ ਆ। ਜਿਹੜਾ ਕਾਲੇ ਕਾਨੂੰਨਾਂ ਦੇ ਖਿਲਾਫ ਇਹ ਸੰਘਰਸ਼ ਚੱਲਿਆ, ਇਹਦੇ ਵਿੱਚ ਉਹਨਾਂ ਦੀ ਭੂਮਿਕਾ ਸਭ ਤੋਂ ਅਹਿਮ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਸਮਾਪਤ ਕਰਦਾ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।